ਕੇਂਦਰੀ ਕਾਨੂੰਨ ਪੰਜਾਬ ਦੀ ਕਿਸਾਨੀ ਵਾਸਤੇ ਕਿੱਡਾ ਵੱਡਾ ਸੰਕਟ ਬਣ ਕੇ ਆਏ ਨੇ ਉਹ ਦੇਖਿਆ ਜਾ ਸਕਦਾ। ਕਿਸਾਨ ਸੜਕਾਂ ਤੇ ਬੈਠੇ ਹੋਏ ਨੇ, ਸਵਾਏ ਬੀਜੇਪੀ ਤੋਂ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਵਿਰੋਧ ਕਰ ਰਹੀਆਂ ਨੇ, ਪਰ ਬੀਜੇਪੀ ਹੈ ਇੱਕ ਕਿ ਲਗਾਤਾਰ ਸਮਝਾਉਣ ਦੇ ਉੱਤੇ ਲੱਗੀ ਹੋਈ ਹੈ ਕਿ ਇਹ ਕਾਨੂੰਨ ਨੇ ਬਹੁਤ ਵਧੀਆ ਬਣਾਏ ਨੇ, ਤੁਹਾਨੂੰ ਇਹਦਾ ਫਾਇਦਾ ਹੋ ਜੂ। ਹੁਣ ਬੀਜੇਪੀ ਦੇ ਜਨਰਲ ਸੈਕਟਰੀ ਤੇ ਕੋਰ ਗਰੁੱਪ ਦੇ ਮੈਂਬਰ ਬਲਵਿੰਦਰ ਸਿੰਘ ਕੰਗ ਨੇ ਅਸਤੀਫਾ ਦੇ ਦਿੱਤਾ ਹੈ। ਕੰਗ ਸਾਹਿਬ, ਦੇਖਿਆ ਜਾਵੇ ਲਗਾਤਾਰ ਕੋਸ਼ਿਸ਼ਾਂ ਹੀ ਚੱਲ ਰਹੀਆਂ ਨੇਗੀਆਂ ਕਿ ਸਮਝਾਓ ਜਾ ਕੇ ਕਿਸਾਨਾਂ ਨੂੰ, ਤੇ ਤੁਹਾਨੂੰ ਵੀ ਕਿਹਾ ਗਿਆ ਹੋਣਾ ਵੀ ਸਮਝਾਓ ਕਿਸਾਨਾਂ ਨੂੰ, ਅਸਤੀਫਾ ਦਿੱਤਾ ਕਿ ਇਹੀ ਕਾਰਨ ਰਹਿ ਗਿਆ ਪਹਿਲੇ ਦਿਨ ਤੋਂ ਹੀ। ਆਖੇ ਜੀ ਕਿਸਾਨਾਂ ਨੂੰ ਗੁੰਮਰਾਹ ਹੋਏ ਆ। ਇਹ ਬੜੀ ਬਦਕਿਸਮਤੀ ਆ ਸੁਮੀਤ ਜੀ, ਵੀ ਜਿਹੜੇ ਕਿਸਾਨ ਦੇਸ਼ ਨੂੰ ਜਵਾਨ ਵੀ ਦਿੰਦੇ ਆ, ਅਨਾਜ ਵੀ ਦਿੰਦੇ ਆ, ਔਰ ਗ੍ਰੀਨ ਰੈਵੋਲੂਸ਼ਨ 'ਚ ਉਹਨਾਂ ਨੇ ਸਾਰੇ ਮੁਲਕ ਨੂੰ ਅਨਾਜ ਦਿੱਤਾ, ਉਹਨਾਂ ਨੂੰ ਅੱਜ ਇਹ ਕਹਿ ਰਹੇ ਆ ਗੁੰਮਰਾਹ ਹੋਏ ਆ ਸਿਰਫ ਆਪਣੀ ਜਿੱਦ ਪਕਾਉਣ ਲਈ। ਮੈਂ ਪਹਿਲੇ ਦਿਨ ਤੋਂ, ਜਦੋਂ ਇਹ ਆਰਡੀਨੈਂਸ ਆਏ ਆ, ਉਸ ਦਿਨ ਤੋਂ ਪਾਰਟੀ ਪਲੇਟਫਾਰਮ ਤੇ ਪਾਰਟੀ ਦੇ ਵੱਖ-ਵੱਖ ਜਿਹੜੇ ਅਦਾਰੇ ਹੁੰਦੇ ਆ, ਇੱਕ ਡਿਸਿਪਲਿਨ 'ਚ ਰਹਿ ਕੇ ਮੈਂ ਇਹਨਾਂ ਦਾ ਅਪੋਜ਼ ਕਰਦਾ ਰਿਹਾ, ਲੌਜੀਕਲ ਕਰਦਾ ਰਿਹਾ ਕਿ ਇਹ ਪੰਜਾਬ ਔਰ ਹਰਿਆਣੇ ਦੇ ਕਿਸਾਨਾਂ ਦੇ ਹਿੱਤ 'ਚ ਨਹੀਂ ਹੈਗੇ। ਤੁਸੀਂ ਇਹਨਾਂ ਨੂੰ ਜਾਂ ਤਾਂ ਐਗਜ਼ੈਂਪਟ ਕਰ ਦਿਓ ਜਾਂ ਇਹਨਾਂ ਤੇ ਲਾਗੂ ਨਾ ਕਰੋ, ਕਿਤੇ ਨਾ ਕਿਤੇ ਇਹਨਾਂ ਨੂੰ ਵਾਪਸ ਲੈ ਲਓ, ਜਾਂ ਜਿਹੜੇ ਉਹਨਾਂ ਦੇ ਖਦਸ਼ੇ ਆ ਜਾਂ ਉਹ ਜੋ ਇਹਦੇ 'ਚ ਅਮੈਂਡਮੈਂਟ ਚਾਹੁੰਦੇ ਉਹ ਕਰ ਦਿਓ। ਲੇਕਿਨ ਕੋਈ ਸੁਣਨ ਨੂੰ ਤਿਆਰ ਨਹੀਂ। ਜਦੋਂ ਬਿੱਲ ਬਣ ਗਏ ਉਸ ਤੋਂ ਬਾਅਦ ਵੀ ਲਗਾਤਾਰ ਕੋਰ ਗਰੁੱਪ ਦੀਆਂ ਮੀਟਿੰਗਾਂ 'ਚ ਪਾਰਟੀ ਦੇ ਨੈਸ਼ਨਲ ਲੈਵਲ ਤੋਂ ਜਦੋਂ ਕੋਆਰਡੀਨੇਸ਼ਨ ਸਾਡੇ ਨਾਲ ਹੁੰਦੀ ਆ, ਫੀਡਬੈਕ ਲਿਆ ਜਾਂਦਾ, ਉੱਥੇ ਵੀ ਮੈਂ ਇਹ ਗੱਲ ਕਹੀ ਆ। ਈਵਨ RSS ਦੇ ਵੱਡੇ ਲੈਵਲ ਦੇ ਲੋਕ ਵੀ ਸਾਡੇ ਕੋਲ ਫੀਡਬੈਕ ਸਮੇਂ-ਸਮੇਂ 'ਤੇ ਲੈਂਦੇ। ਮੈਂ ਬੇਬਾਕੀ ਨਾਲ ਇਹ ਗੱਲ ਕਹੀ ਹੈ ਵੀ ਇਹ ਗਲਤ ਕਰ ਰਿਹਾ ਕੇਂਦਰ ਦੀ ਸਰਕਾਰ, ਇਹਨਾਂ ਨੂੰ ਵਾਪਸ ਲਓ ਜਾਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਉਹਨਾਂ ਦੇ ਅਮੈਂਡਮੈਂਟ ਕਰ ਦਿਓ। ਔਰ ਜਦੋਂ ਇਹਨਾਂ ਨੇ ਉਹਨਾਂ ਨੂੰ ਬੁਲਾਇਆ ਤਾਂ ਕਿਸ ਤਰੀਕੇ ਦਾ ਵਤੀਰਾ ਸਾਹਮਣੇ ਆਇਆ। ਕਿਸ ਬਦਕਿਸਮਤੀ ਵਾਲੀ ਗੱਲ ਹੈ ਵੀ ਪੰਜਾਬ 'ਚ ਤੇ ਤੁਹਾਡੇ ਮੰਤਰੀ ਰੋਜ਼ ਵਰਚੁਅਲ ਪ੍ਰੈਸ ਕਾਨਫਰੰਸਾਂ ਕਰ ਰਹੇ, ਜਿਹੜੇ ਤੁਸੀਂ ਦਿੱਲੀ ਬੁਲਾਏ ਆ ਉਹਨਾਂ ਨੂੰ ਤੁਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਮਿਲਣ ਨੂੰ ਵੀ ਚੰਗਾ ਨਹੀਂ ਸਮਝਿਆ। ਇਹ ਪੰਜਾਬ ਦੀ ਤੋਹੀਨ ਹੈ। ਪੋਲੀਟੀਕਲ ਵਰਕਰ ਅਸੀਂ ਬਾਅਦ 'ਚ, ਪਹਿਲਾਂ ਅਸੀਂ ਕਿਤੇ ਨਾ ਕਿਤੇ ਪੰਜਾਬੀ ਆ, ਸਾਡੇ ਸੂਬੇ ਦੇ ਲੋਕਾਂ ਦਾ ਇੰਟਰਸਟ ਸਾਡੇ ਲਈ ਪ੍ਰਾਇੋਰਟੀ ਆ। ਔਰ ਇਹਦੇ 'ਚ ਕੋਈ ਗਲਤ ਵੀ ਕੀ ਆ, ਜਾਂ ਤੇ ਹੋਵੇ ਨਾ ਵੀ ਪੀਸਫੁਲ ਡੈਮੋਕ੍ਰੈਟਿਕ ਤਰੀਕੇ ਨਾਲ ਉਹ ਐਜੀਟੇਸ਼ਨ ਕਰ ਰਿਹਾ, ਉਹਨਾਂ ਨੂੰ ਖਾਮ-ਖਾਂ ਕਈ ਇਹਨਾਂ ਦੇ ਲੋਕ ਬਦਨਾਮ ਵੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਨੂੰ ਲੱਗਦਾ ਹੈ ਵੀ ਮੈਨੂੰ ਲੱਗਿਆ ਜਦੋਂ ਵੀ ਮੇਰੀ ਕੋਸ਼ਿਸ਼ ਵਿਫਲ ਹੋ ਰਹੀ ਆ, ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ, ਔਰ ਮੋਰਲੀ ਮੈਨੂੰ ਹੁਣ ਇਸ ਪਾਰਟੀ 'ਚ ਰਹਿਣ ਦਾ ਅਧਿਕਾਰ ਨਹੀਂ ਹੈ, ਤੇ ਮੈਂ ਆਪਣੇ ਆਪ ਨੂੰ ਪਿੱਛੇ ਕਰਕੇ ਰਿਜ਼ਾਈਨ ਕਰਤਾ। ਕੰਗ ਸਾਹਿਬ, ਦੇਖਿਆ ਜਾਵੇ ਲਗਾਤਾਰ ਅਸੀਂ ਉਦੋਂ ਵੀ ਦੇਖਿਆ ਸੀਗਾ ਕੋਈ ਮੀਟਿੰਗਾਂ ਲਗਾਤਾਰ ਭਾਜਪਾ ਦਫ਼ਤਰ 'ਚ ਚੱਲ ਰਹੀਆਂ ਨੇ, ਤੁਸੀਂ ਉਦੋਂ ਵੀ ਨਾਰਾਜ਼ ਜਾਪ ਰਹੇ ਸੀਗੇ, ਤੁਹਾਨੂੰ ਮਿਲੇ ਵੀ ਸੀਗੇ। ਤੁਸੀਂ ਜਦੋਂ ਇੰਨੀ ਨਾਰਾਜ਼ਗੀ ਸਾਹਮਣੇ ਰੱਖਤੀ ਆ, ਬਾਕੀ ਲੀਡਰ ਹਜੇ ਵੀ ਸਮਝਾਉਣੋਂ ਕਿਉਂ ਨਹੀਂ ਹਟ ਰਹੇ? ਉਹ ਨਹੀਂ ਦਬਾ ਪਾ ਰਹੇ ਹੈਗੇ ਕਿ ਪੰਜਾਬ ਦੇ ਤੁਸੀਂ ਹਿੱਤ ਦੇਖੋ? ਕਿਉਂਕਿ ਲੀਡਰ ਪਹਿਲਾਂ ਜਦੋਂ ਤੁਸੀਂ ਪੰਜਾਬ ਦੇ ਹੋ, ਬਾਹਰ ਜਾ ਕੇ ਤੁਸੀਂ ਭਾਜਪਾ ਦੇ ਚਾਹੇ ਸੈਂਟਰ ਦੇ ਵਿੱਚ ਤੁਸੀਂ ਹਿੱਸੇਦਾਰ ਬਣੋ, ਕਿਸੇ ਵੀ ਸਮਝ ਦਾ ਕੋਈ ਅਸਰ ਨਹੀਂ ਹੈਗਾ, ਜਾਂ ਇਹਨਾਂ ਦੀ ਹਿੰਮਤ ਹੀ ਨਹੀਂ ਪੈਂਦੀ ਉੱਥੇ ਜਾ ਕੇ ਕੁਝ ਕਹਿਣ ਦੀ? ਦੇਖੋ, ਪੰਜਾਬ ਬੀਜੇਪੀ ਦੀ ਮੈਨੂੰ ਜੋ ਮੇਰਾ ਐਕਸਪੀਰੀਅੰਸ ਹੈ, ਪਤਾ ਨਹੀਂ ਮੈਂ ਗਲਤ ਹੋਵਾਂ ਕਿ ਠੀਕ, ਇਹਨਾਂ ਦੀ ਇੰਨੀ ਹਿੰਮਤ ਨਹੀਂ ਲੱਗੀ ਮੈਨੂੰ ਵੀ ਜਿਹੜੀ ਉਹ ਸੱਚੀ ਗੱਲ ਉੱਥੇ ਜਾ ਕੇ ਕਰਨ। ਔਰ ਕਿਤੇ ਨਾ ਕਿਤੇ ਜੋ ਕਹਿ ਦਿੰਦੇ ਆ, ਫਰਮਾਨ ਜਾਰੀ ਕਰ ਦਿੰਦੇ ਆ, ਉਹ ਉਹਨੂੰ ਅਡੋਪਟ ਕਰਕੇ ਲੋਕਾਂ 'ਤੇ ਥੋਪਣ ਦੀ ਕੋਸ਼ਿਸ਼ ਕਰਦੇ ਆ। ਅਸੀਂ ਤੇ ਜਵਾਬਦੇਹੀ ਨਾ, ਮੈਂ ਤੇ ਨਿੱਜੀ ਤੌਰ 'ਤੇ ਪੋਲੀਟਿਕਸ ਕੀਤੀ ਹੈ, ਚਾਹੇ ਉਹ ਸਟੂਡੈਂਟ ਪੋਲੀਟਿਕਸ ਹੈ, ਚਾਹੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ। ਜਵਾਬਦੇਹੀ ਸਾਡੀ ਲੋਕਾਂ ਦੇ ਪ੍ਰਤੀ ਹੈ, ਲੋਕ ਸਾਨੂੰ ਲੀਡਰ ਬਣਾਉਂਦੇ ਆ, ਔਰ ਕਿਤੇ ਨਾ ਕਿਤੇ ਸਾਡਾ ਫਰਜ਼ ਵੀ ਬਣਦਾ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ। ਤਾਂ ਮੈਨੂੰ ਲੱਗਦਾ ਕਈ ਆਫ ਦਾ ਰਿਕਾਰਡ ਸੀਨੀਅਰ ਲੀਡਰ ਕਰਦੇ ਆ, ਐਸੀ ਗੱਲ ਨਹੀਂ ਵੀ ਉਹਨਾਂ 'ਚ ਕੁਝ ਚੰਗੇ ਲੋਕ ਹੈਗੇ ਜਿਹੜੇ ਪੰਜਾਬ ਪ੍ਰਤੀ ਦਰਦ ਰੱਖਦੇ ਆ, ਲੇਕਿਨ ਉਹਨਾਂ ਦੀ ਕੋਈ ਸੁਣਵਾਈ ਨਹੀਂ। ਆਮ ਤੌਰ ਤੇ ਕਿਹਾ ਜਾਂਦਾ ਭਾਜਪਾ ਨੂੰ ਲੈ ਕੇ ਚਿਹਰਾ ਜਿਹੜਾ ਲੋਕਾਂ ਦੇ ਵਿੱਚ ਉਹ ਇਹ ਕੀ ਕਹਿੰਦੇ ਨੇ ਕਿ ਸ਼ਹਿਰਦਾਰੀਆਂ ਦੀ ਪਾਰਟੀ ਹੈ, ਪੇਂਡੂ ਖੇਤਰ ਦੇ ਵਿੱਚ ਪਹਿਲਾਂ ਵੀ ਕੋਈ ਓਡਾ ਗਰਾਊਂਡ ਨਹੀਂ ਰੱਖਦੇ ਹੈਗੇ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਫੈਸਲਾ ਲੈ ਗਿਆ, ਇਹ ਤਾਂ ਬਿਲਕੁਲ ਹੀ ਸ਼ਹਿਰੀ ਵੀ ਇਹਦੇ ਤਾਂ ਉਲਟ ਹੋਏ ਬੈਠਦੇ ਨੇ, ਉਹਦੇ ਬਾਵਜੂਦ ਨਹੀਂ ਸੋਚਿਆ? ਵੇਖੋ ਜੀ, ਚਾਹੇ ਉਹ ਆੜ੍ਹਤੀਆ ਹੈ, ਚਾਹੇ ਛੋਟਾ ਬਿਜ਼ਨਸਮੈਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਕਿਸਾਨ ਹੈ, ਇਹਦੇ 'ਤੇ ਸਾਰੇ ਵਰਗਾਂ ਦਾ ਜਿਹੜਾ ਇੰਟਰਸਟ ਹੈ ਉਹ ਤੁਸੀਂ ਦਰਕਨਾਰ ਕਰਤਾ ਨਾ। ਸ਼ਹਿਰੀ ਦੀ ਵੀ ਗੱਲ ਕਿੱਥੇ ਕੀਤੀ ਤੁਸੀਂ? ਸਾਰਾ ਜਿਹੜਾ ਆੜਤੀ ਭਾਈਚਾਰਾ ਹੈ ਉਹਨਾਂ ਨੂੰ ਕੋਈ ਦਲਾਲ ਦਿੱਲੀਓ ਮੰਤਰੀ ਆ ਕੇ ਕਹਿ ਦਿੰਦਾ, ਜੋ ਮੰਤਰੀ ਜਿਹਨੇ ਕਦੀ ਇਲੈਕਸ਼ਨ ਲੜ ਕੇ ਜਿੱਤਿਆ ਨਹੀਂ, ਲੋਕਾਂ 'ਚ ਰਿਹਾ ਨਹੀਂ, ਕੋਈ ਅਫਸਰ ਹੈ, ਕੋਈ ਨੋਮੀਨੇਟਡ ਹੈ, ਕੋਈ ਕਿਤਨਾ, ਉਹ ਆ ਕੇ ਕੋਈ ਕਿਸੇ ਆੜਤੀ ਨੂੰ ਦਲਾਲ ਕਹਿ ਰਿਹਾ, ਕਿਸੇ ਨੂੰ ਵਿਚੋਲੀਆ ਕਹਿ ਰਿਹਾ, ਇਸ ਤਰ੍ਹਾਂ ਦੀ ਤਾਂ ਭਾਸ਼ਾ ਇਸਤੇਮਾਲ ਕਰਤੀ। ਈਵਨ ਜਦੋਂ ਮੇਰੇ ਵਰਗਾ ਬੰਦਾ ਕੋਰ ਗਰੁੱਪ 'ਚ ਗੱਲ ਕਰਦਾ ਵੀ ਯਾਰ ਇਹ ਲੌਜੀਕਲੀ ਇਹ ਗਲਤ ਹੈ, ਚਾਹੇ APMC ਹੈ ਇਹ ਵੀ ਗਲਤ ਹੈ, ਚਾਹੇ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਇਹ ਵੀ ਕਿਤੇ ਨਾ ਕਿਤੇ ਵੱਡਿਆਂ ਕਾਰੋਬਾਰੀਆਂ ਨੂੰ ਫਾਇਦਾ ਦੇਣ ਵਾਲੀ ਗੱਲ ਹੈ, ਚਾਹੇ ਕੰਟਰੈਕਟ ਫਾਰਮਿੰਗ ਆ ਉਹਦੇ 'ਚ ਵੀ ਕਿਸਾਨ ਦਾ ਇੰਟਰਸਟ ਘੱਟ ਰੱਖਿਆ ਗਿਆ, ਉਹਨੂੰ ਫਾਇਦਾ ਜ਼ਿਆਦਾ ਦਿੱਤਾ ਗਿਆ ਇਨਡਾਇਰੈਕਟਲੀ। ਉੱਥੇ ਮੇਰੇ ਵਰਗੇ ਨੂੰ ਕਹਿੰਦੇ ਤੁਸੀਂ ਪਾਕਿਸਤਾਨ ਦੀ ਭਾਸ਼ਾ ਬੋਲਦੇ ਹੋ, ਤੁਸੀਂ ਵਾਟ ਇਜ਼ ਦਿਸ ਗੋਇੰਗ ਔਨ? ਯਾਨੀ ਕਿ ਜੋ ਵੀ ਵਿਰੋਧ ਕਰੇ ਉਹ ਪਾਕਿਸਤਾਨੀ ਹੈ, ਉਹੀ ਜਿਹੜੀ ਗੱਲ ਲੋਕ ਕਹਿੰਦੇ ਨੇ ਉਹੀ ਸੱਚੀ ਹੁੰਦੀ ਹੈ। ਇੰਨੇ ਨੌਨਸੈਂਸ ਹੈ ਇੱਕ ਦੋ ਲੋਕ ਪਾਰਟੀ ਜਿਨ੍ਹਾਂ ਨੂੰ ਵੱਡੇ ਵੱਡੇ ਅਹੁਦੇ ਵੀ ਨਵਾਜੇ ਗਏ ਆ ਦਿੱਲੀ ਤੱਕ, ਲੇਕਿਨ ਬੇਸਿਕ ਉਹਨਾਂ ਨੂੰ ਸਮਝ ਹੀ ਨਹੀਂ ਆਗੀ ਗੱਲ ਕਰਨ ਦੀ। ਔਰ ਇਸ ਤਰੀਕੇ ਦਾ ਵਤੀਰਾ ਹੈ, ਫਿਰ ਸਾਡੇ ਵਰਗੇ ਬੰਦੇ ਦਾ ਸਾਹ ਘੁੱਟਦਾ। ਆਪਾਂ ਤੇ ਕਿਹਾ ਵੀ ਅਸੀਂ ਤੇ ਕਿਸਾਨਾਂ ਨਾਲ ਹੈ,
ਪੰਜਾਬੀਆਂ ਨਾਲ ਹੈ, ਆੜਤੀਆਂ ਨਾਲ ਹੈ, ਵਪਾਰੀਆਂ ਨਾਲ ਹੈ, ਔਰ ਅਸੀਂ ਤੇ ਜਿਹੜਾ ਮਜ਼ਦੂਰ ਹੈ 3 ਲੱਖ ਜਿਨ੍ਹਾਂ ਨੂੰ ਤੁਸੀਂ ਬੇਰੁਜ਼ਗਾਰ ਕਰਨ ਬਾਰੇ ਅਸੀਂ ਤੇ ਉਹਨਾਂ ਨਾਲ ਖੜਾਂਗੇ, ਇਹਨਾਂ ਦੀ ਲੜਾਈ ਲੜਾਂਗੇ। ਬਾਰ-ਬਾਰ ਅਸੀਂ 2-3 ਵਾਰ ਜਿਹੜੀ ਹੈ ਕਿ ਸੁਰਜੀਤ ਜਾਣੀ ਦੀ ਡਿਊਟੀ ਲਾਈ, ਚੇਅਰਮੈਨ ਬਣਾਤਾ 8 ਮੈਂਬਰੀ ਕਮੇਟੀ ਦਾ, ਉਹਨਾਂ ਦੇ ਨਾਲ ਵੀ ਜਦੋਂ ਵੀ ਇਹ ਗੱਲ ਕਰਦੇ ਆ ਕਈ ਮੁੱਦੇ ਰੱਖ ਦਿੰਦੇ ਆ ਵੀ ਜਿਵੇਂ ਅੱਗੇ ਤੁਸੀਂ ਡੀਸੀ ਤੋਂ ਉੱਤੇ ਅਪਰੋਚ ਨਹੀਂ ਕਰ ਸਕਦੇ, ਹੋਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਕਲੋ ਉਹਦੇ ਵਿੱਚ ਹੈਗੇ ਨੇਗੇ। ਉਹ ਲਗਾਤਾਰ ਇਹੀ ਗੱਲ ਕਹਿੰਦੇ ਨੇ ਵੀ ਠੀਕ ਹੈ ਅਸੀਂ ਅਮੈਂਡਮੈਂਟ ਕਰ ਦਾਂਗੇ, ਯਾਨੀ ਇਹ ਗੱਲ ਮੰਨਣ ਨੂੰ ਤਿਆਰ ਹੋ ਜਾਂਦੇ ਨੇ ਵੀ ਠੀਕ ਹੈ ਕਿਸਾਨ ਜਾ ਕੇ ਗੱਲ ਤਾਂ ਕਰਨ, ਅਮੈਂਡਮੈਂਟ ਕਰ ਦਾਂਗੇ। ਤਾਂ ਫਿਰ ਇਹਦਾ ਮਤਲਬ ਜਦੋਂ ਹੁਣ ਕਿਸਾਨ ਗਏ ਉੱਥੇ ਫਿਰ ਉਹਨਾਂ ਨੂੰ ਮਿਲਣਾ ਵੀ ਮੁਨਾਸਿਬ ਨਹੀਂ। ਮੈਂ ਕਹਿ ਰਿਹਾ ਨਾ ਕੋਈ ਸੰਜੀਦਾ ਹੀ ਨਹੀਂ ਹੈ। ਮੈਨੂੰ ਵੀ ਕਹਿੰਦੇ ਇਸ ਕਮੇਟੀ ਦਾ ਮੈਂਬਰ ਬਣ ਜਾ, ਮੈਂ ਕਿਹਾ ਕਿਉਂ ਕਾਹਦੇ ਲਈ ਬਣ ਜਾ, ਜੋ ਤੁਸੀਂ ਕੋਈ ਸੁਣਵਾਈ ਨਹੀਂ ਕਰਨੀ, ਸੱਚੀ ਗੱਲ ਉੱਥੇ ਕਰਨੀ ਨਹੀਂ। ਕਈ ਕੀ ਜਾਂਦੇ ਆ ਆਖੇ ਜੀ ਪੰਜਾਬ ਦੇ ਕਿਸਾਨ ਗੁੰਮਰਾਹ ਹੋਏ ਆ, ਪੋਲੀਟੀਕਲ ਪਾਰਟੀਆਂ ਤੇ ਇਨਫਲੂਐਂਸ ਆਏ ਹੋਏ ਆ, ਇਹਨਾਂ ਨੂੰ ਸਮਝ ਨਹੀਂ ਹੈਗੀ, ਇਹਨਾਂ ਨੂੰ ਬਿੱਲ ਪੜ੍ਹਨੇ ਨਹੀਂ ਆਉਂਦੇ। ਇੰਨੀਆਂ ਨੌਨਸੈਂਸ ਗੱਲਾਂ ਕਰਦੇ ਆ ਕਈ ਲੋਕ ਇਸ ਪਾਰਟੀ 'ਚ। ਜਿਹੜੇ ਕੋਈ ਚੰਗੀ ਗੱਲ ਕਰਦੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਆ। ਮੈਨੂੰ ਲੱਗਦਾ ਹੈ ਵੀ ਇਹ ਜੇ ਕਾਨੂੰਨ ਇਹ ਵਾਪਸ ਨਾ ਲੈ ਜਾਂ ਕਿਸਾਨਾਂ ਦੇ ਹਿਸਾਬ ਨਾਲ ਇਹ 'ਤੇ ਅਮੈਂਡਮੈਂਟ ਨਾ ਕੀਤੀ ਗਈ, ਆਉਣ ਵਾਲੇ ਟਾਈਮ 'ਚ ਬੀਜੇਪੀ ਨੂੰ ਇਹਦਾ ਖਮਿਆਜਾ ਵੱਡੇ ਸਤਰ ਤੇ ਭੁਗਤਣਾ ਪੈਣਾ। ਇਹ ਬਾਕੀ ਲੀਡਰ ਫਿਰ ਕਿਉਂ ਨਹੀਂ ਸੋਚ ਰਹੇ ਹੈਗੇ? ਇਹ ਤਾਂ ਹਜੇ ਵੀ ਉਹੀ ਤੂੰ ਵਜਾ ਰਹੇ ਨੇਗੇ ਵੀ ਜਾ ਕੇ ਜੀ ਸਮਝੋ ਸਮਝੋ ਸਮਝੋ। ਇਹ ਕੀ ਗੱਲ ਫਿਰ ਉਹਨਾਂ ਦੇ ਦਵਾਈ ਇੰਨਾ ਜ਼ਿਆਦਾ ਇਹਨਾਂ ਤੇ ਬਣਾ ਰੱਖਿਆ ਜਾਂ ਇਹਨਾਂ ਦੀ ਜ਼ਮੀਰ ਨਹੀਂ ਜਾਗ ਰਹੀ ਹੈਗੀ ਕਿ ਆਖਰ ਸਾਡਾ ਕਿਸਾਨ ਸੜਕ ਤੇ ਬੈਠਾ ਹੈ? ਮੈਂ ਪਿੱਛੇ ਜੇ ਇੱਕ ਮੰਤਰੀ ਆਇਆ ਸੀ, ਉਹਨੂੰ ਕਿਹਾ ਸੀ ਤੁਸੀਂ ਚੰਡੀਗੜ੍ਹ ਤੇ ਪ੍ਰੈਸ ਕਾਨਫਰੰਸ ਕਰ ਰਹੇ, ਜਿਹੜਾ ਸੰਗਰੂਰ ਬਠਿੰਡੇ ਜਾਏ ਕਰੋ ਨਾ, ਤੁਹਾਨੂੰ ਪਤਾ ਲੱਗੇ। ਜਾਂ ਏਡੇ ਤੁਸੀਂ ਜ਼ਿਆਦਾ ਸਿਆਣੇ ਹੋ ਤੇ ਉਹਨਾਂ ਦੇ ਵਿੱਚ ਬਹਿ ਕੇ ਕਰ ਲਓ, ਗੱਲ ਕਰੋ ਨਾ ਗੱਲ। ਮਤਲਬ ਤੁਸੀਂ ਉੱਥੇ ਆਉਂਦੇ ਹੋ, ਸਾਨੂੰ ਹੁਕਮ ਦੇ ਦਿੰਦੇ ਹੋ, ਪ੍ਰੈਸ ਕਾਨਫਰੰਸ ਸੱਜੀ ਸਜਾਈ ਪੱਤਰਕਾਰ ਭਰਾਵਾਂ ਨੂੰ ਸੱਦ ਕੇ ਤੇ ਤੁਸੀਂ ਬੋਲ ਕੇ 4 ਗੱਲਾਂ ਅਖਬਾਰਾਂ ਕਾਗਜ਼ਾਂ 'ਚ ਲਿਖੀਆਂ। ਤੁਸੀਂ ਗਰਾਊਂਡ ਰਿਐਲਿਟੀ ਸਮਝਣਾ। ਇੱਕ ਤੇ ਹੁੰਦਾ ਆ ਸੁਮਿਤ ਜੀ ਅਪਰੋਚ ਕਰਨੀ, ਸਮਝਣ ਦੀ ਕੋਸ਼ਿਸ਼ ਤੇ ਕਰੋ ਨਾ, ਸੁਲਝਾਉਣੀ। ਇਹ ਤਾਂ ਕੋਸ਼ਿਸ਼ ਨਹੀਂ ਕਰ ਰਹੇ। ਇਹ ਤਾਂ ਕਹਿ ਰਹੇ ਜੀ ਪੋਸਟਰ ਲਾਓ, ਮੋਦੀ ਜੀ ਦਾ ਧੰਨਵਾਦ ਕਰਵਾਓ, ਆਖੇ ਜੀ ਚਿੱਠੀਆਂ ਲਿਖਵਾਓ ਜੀ, ਬਹੁਤ ਬਹੁਤ ਅੱਛੇ ਕਾਨੂੰਨ ਕੀਤੇ। ਵਾਟ ਇਜ਼ ਦਿਸ ਗੋਇੰਗ ਔਨ? ਯੂਪੀ ਸਾਰਾ, ਵੈਸਟਰਨ ਯੂਪੀ, ਹਰਿਆਣੇ ਦੇ ਕਿਸਾਨ, ਰਾਜਸਥਾਨ ਦੇ ਕਿਸਾਨ, ਪੰਜਾਬ ਜਿਹੜਾ ਮੋਹਰੀ ਰਿਹਾ ਕਿਸਾਨੀ 'ਚ, ਪੰਜਾਬ ਦਾ ਕਿਸਾਨ ਰਾਜਸਥਾਨ 'ਚ ਗਿਆ, ਮੱਧ ਪ੍ਰਦੇਸ਼ ਗਿਆ, ਉੱਤਰਾਖੰਡ ਗਿਆ, ਉੱਥੇ ਉਹਨੇ ਜਾ ਕੇ ਸੱਪਾਂ ਦੀਆਂ ਸਿਰੀਆਂ ਤੇ ਸਿਰ ਰੱਖ ਕੇ ਵੱਡੇ ਵੱਡੇ ਫਾਰਮ ਡਿਵੈਲਪ ਕੀਤੇ ਆ। ਉਹਨਾਂ ਨੂੰ ਤੁਸੀਂ ਅੱਜ ਗੁੰਮਰਾਹ ਕਰੀ ਜਾਂਦੇ ਹੋ। ਤੋਹੀਨ ਤੇ ਸਾਡੀ ਆ। ਜਦੋਂ ਅਸੀਂ ਆਪਣੇ ਸੂਬੇ ਦੇ ਲੋਕਾਂ ਦੇ ਇੰਟਰਸਟ ਨੂੰ ਧਿਆਨ 'ਚ ਨਹੀਂ ਰੱਖ ਕੇ ਉਹਨਾਂ ਨੂੰ ਸਿਕਿਉਰ ਨਹੀਂ ਕਰ ਸਕਦੇ ਜਾਂ ਉਹਨਾਂ ਦੀ ਗੱਲ ਨਹੀਂ ਕਰ ਸਕਦੇ, ਤੇ ਫਿਰ ਅਸੀਂ ਲੀਡਰ ਵੀ ਕਾਹਦੇ ਆ? ਮਨਵਿੰਦਰ ਜੀ ਤੁਸੀਂ ਅਸਤੀਫਾ ਅੱਜ ਦਿੱਤਾ ਹੈ ਤੇ ਉਦੋਂ ਪਹਿਲਾਂ ਦੇਖਿਆ ਜਾਵੇ ਕਿਸਾਨ ਜਦੋਂ ਗਏ ਕਿਹਾ ਗਿਆ ਕਿ ਪੰਜਾਬ ਦਾ ਅਪਮਾਨ ਹੋ ਗਿਆ, ਦਿਲ ਸੱਟ ਵੱਜੀ ਕਿ ਆਖਰ ਕੀ ਹੋ ਗਿਆ ਸਾਡੇ ਕਿਸਾਨਾਂ ਨੂੰ? ਬਿਲਕੁਲ। ਮੈਂ ਉਸ ਤੋਂ ਅਗਲੇ ਦਿਨ ਮੈਂ ਵੀ ਦਿੱਲੀ ਗਿਆ। ਕੱਲ ਮੈਂ ਆਇਆ 2 ਦਿਨਾਂ ਬਾਅਦ। ਮੈਂ ਵੀ ਕੋਸ਼ਿਸ਼ ਕੀਤੀ ਜਿੰਨੀ ਕੁ ਮੇਰੀ ਮਤਲਬ ਪਹੁੰਚ ਸੀਗੀ। ਮੈਂ ਐਵੇਂ ਕਹਾਂ ਮੇਰੀ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਹੈ ਨਹੀਂ, ਲੇਕਿਨ ਜਿੰਨੀ ਕੁ ਸੈਂਟਰਲ ਏਡ 'ਚ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਸੋਚੋ ਥੋੜ੍ਹਾ ਜਿਹਾ, ਕਿਸਾਨ ਅੰਨਦਾਤਾ ਹੈ, ਇਹ ਰੱਬ ਹੈ, ਇਹ ਵਿਚਾਰਾ ਪਰੋਲ ਰਿਹਾ, ਇਹ ਉਹਨਾਂ ਦੀ ਰੋਜੀ ਰੋਟੀ ਦਾ ਸਵਾਲ ਹੈ। ਤੁਸੀਂ ਧੱਕਾ ਕਰੀ ਜਾਂਦੇ ਹੋ। ਕਿਹੜੀਆਂ ਮਤਲਬ ਉਹ ਗੁਲਾਟੀ ਸਾਹਿਬ USA ਦਾ ਮਾਡਲ ਥੋਪ ਰਿਹਾ ਇੰਡੀਆ 'ਚ, ਉੱਥੇ 2% ਕਿਸਾਨ ਹੈ, ਇੱਥੇ 70%, 60, 65, 70% ਤੱਕ ਕਿਸਾਨ ਹੈ। ਇੱਥੇ ਮਜ਼ਦੂਰ ਵੀ ਆ, ਇੱਥੇ ਆੜਤੀਆ ਭਾਈਚਾਰਾ ਵੀ ਆ, ਇੱਥੇ ਛੋਟਾ ਟਰੇਡਰ ਵੀ ਹੈ ਜਿਹਦਾ ਕਾਰੋਬਾਰ ਇਹਦੇ ਨਾਲ ਚੱਲਦਾ। ਤੁਸੀਂ ਕਮਾਲ ਕਰੀ ਜਾਂਦੇ ਹੋ। ਉਹ ਮਾਡਲ ਨੂੰ ਇੱਥੇ ਥੋਪੀ ਜਾਂਦੇ ਹੋ ਜ਼ਬਰਦਸਤੀ। ਔਰ ਜਿਨ੍ਹਾਂ ਨੂੰ ਤੁਸੀਂ ਦੇਣਾ, ਜਿਨ੍ਹਾਂ ਦੇ ਵੈਲਫੇਅਰ ਲਈ ਤੁਸੀਂ ਕਹਿ ਰਹੇ ਹੋ ਕੰਮ ਕਰ ਰਹੇ, ਉਹ ਕਹਿ ਰਹੇ ਸਾਨੂੰ ਚਾਹੀਦਾ ਨਹੀਂ। ਕਿ ਕੋਈ ਲੌਜਿਕ ਹੀ ਨਹੀਂ ਹੈਗਾ, ਕੋਈ ਸੁਣਵਾਈ ਨਹੀਂ ਹੈਗੀ। ਔਰ ਅਸੀਂ ਤੇ ਮੈਂ ਤੇ ਆਪਣੀ ਪੂਰੀ ਕੋਸ਼ਿਸ਼ ਵਾਹ ਕਰ ਲਈ। ਮੈਨੂੰ ਤਸੱਲੀ ਆ ਵੀ ਘੱਟੋ ਘੱਟ ਮੈਂ ਐਜ ਏ ਡਿਸਿਪਲਿਨ 'ਚ ਰਹਿ ਕੇ ਪਾਰਟੀ 'ਚ ਹਰ ਇੱਕ ਮੁਕਾਮ ਤੇ ਗੱਲ ਕੀਤੀ ਆ। ਜਦੋਂ ਮੈਨੂੰ ਲੱਗਿਆ ਹੁਣ ਕੋਈ ਸੁਣਵਾਈ ਨਹੀਂ, ਤਾਂ ਮੈਨੂੰ ਲੱਗਿਆ ਮੋਰਲੀ ਹੁਣ ਮੇਰਾ ਰਹਿਣ ਦਾ ਵੀ ਇੱਥੇ ਹੱਕ। ਮਨਵਿੰਦਰ ਨੂੰ ਕੱਲ੍ਹ ਨੂੰ ਇਹ ਤਾਂ ਨਹੀਂ ਹੋਊਗਾ ਕਿ ਜਿਹੜੀ ਗੱਲ ਤੁਸੀਂ ਕਹੀ ਕਿ ਤੁਸੀਂ ਹਰੇਕ ਪਲੇਟਫਾਰਮ ਤੇ ਰੱਖਤੀ, ਦਿੱਲੀ ਤੱਕ ਜਾ ਕੇ ਤੁਸੀਂ ਰੱਖਿਆ ਹੋ ਸਾਰੀ ਗੱਲ, ਕਿ ਕੱਲ੍ਹ ਨੂੰ ਇਸ ਚੀਜ਼ ਦਾ ਕਿਉਂਕਿ ਅਸਤੀਫਾ ਕਈ ਵਾਰ ਦੇ ਦਿੰਦੇ ਨੇ ਲੀਡਰ ਨੂੰ, ਬਾਅਦ 'ਚ ਸ਼ਿਕਵਾ ਹੁੰਦਾ ਵੀ ਯਾਰ ਸ਼ਾਇਦ ਮੈਂ ਉੱਥੇ ਜਾ ਕੇ ਗੱਲ ਤਾਂ ਰੱਖ ਦਿੰਦਾ, ਬਾਅਦ 'ਚ ਅਸਤੀਫਾ ਦੇ ਦਿੰਦਾ। ਗੱਲ ਪੂਰੀ ਠੋਕ ਵਜਾ ਕੇ ਰੱਖਤੀ ਹੈ। ਐਗਜ਼ੈਕਟਲੀ। ਮੈਂ ਨਾ ਸੁਮਿਤ ਜੀ 1 ਮਹੀਨੇ ਤੋਂ ਇਹੀ ਕੋਸ਼ਿਸ਼ ਕਰ ਰਿਹਾ ਸੀ ਵੀ ਮੈਂ ਕਿਹਾ ਇਹ ਨਾ ਰਹਿ ਜੇ, ਕੋਈ ਤੇ ਬੰਦਾ ਬਾਂਹ ਫੜੂਗਾ ਪੰਜਾਬ ਦੀ, ਹਰਿਆਣੇ ਦੀ, ਕੋਈ ਤੇ ਗੱਲ ਕਰੂਗਾ। ਇਕੱਲੇ ਬਹਿ ਜਾਓ ਉਹਨਾਂ ਨਾਲ ਤੇ ਹਾਂ ਯਾਰ ਬਾਤ ਤਾਂ ਠੀਕ ਹੈ, ਲੇਕਿਨ ਜਦੋਂ ਫੈਸਲਾ ਲੈਣ ਦੀ ਗੱਲ ਹੈ, ਨਹੀਂ ਹੁਣ ਤੇ ਈਵਨ ਕਈ ਮੀਟਿੰਗਾਂ 'ਚ ਇਹ ਕਿਹਾ ਗਿਆ ਜੀ ਇਹ ਤਾਂ ਨਕਸਲਵਾਦੀ ਹੈ, ਇਹ ਤੇ ਖਾਲਿਸਤਾਨੀ ਹੈ, ਇਹ ਜੀ ਗਰਮ ਦਲੀਏ ਆ ਜੀ। ਕਮਾਲ ਹੋ ਗਈ ਯਾਰ। ਸਾਡਾ ਆਪਣਾ ਤੇ ਜ਼ਮੀਰ ਜਾਗਦਾ ਹੈ, ਇਸ ਕਰਕੇ ਆਪਾਂ ਤੇ ਹੱਥ ਜੋੜ ਲਏ ਭਾਈ, ਅਸੀਂ ਨਹੀਂ ਇਸ ਪਾਰਟੀ 'ਚ ਰਹਿ ਸਕਦੇ, ਅਸੀਂ ਕਿਸਾਨਾਂ ਦੇ ਨਾਲ। ਹੋਰ ਵੀ ਲੱਗਦਾ ਮਲਵਿੰਦਰ ਜੀ, ਕਿਉਂਕਿ ਜਿਵੇਂ ਤੁਸੀਂ ਅੰਦਰ ਗੱਲਾਂ ਸੁਣਦੇ ਰਹਿੰਦੇ ਹੋ, ਕਿ ਲੱਗਦਾ ਹੋਰ ਵੀ ਲੱਗਦਾ ਲੀਡਰ ਵੀ ਹੋ ਸਕਦਾ ਜੇ ਇਹ ਐਜੀਟੇਸ਼ਨ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਿਹਾ, ਪੰਜਾਬ ਦੇ ਲੀਡਰਾਂ ਨੂੰ ਔਖਾ ਹੋ ਗਿਆ ਕਿ ਬਾਕੀ ਵੀ ਫਿਰ ਕਿਤੇ ਨਾ ਕਿਤੇ ਕਿਨਾਰਾ ਕਰਨਗੇ ਬੀਜੇਪੀ ਤੋਂ। ਦੇਖੋ ਜੀ ਅੰਦਰ ਖਾਤੇ ਜ਼ਮੀਰ ਜਾਗਦੇ ਵਾਲੇ ਤਾਂ ਸਾਰੇ ਕਰਨਗੇ, ਲੇਕਿਨ ਇਹ ਆ ਵੀ ਪਤਾ ਨਹੀਂ ਕਈ ਵਾਰ ਬੰਦਾ ਕੋਈ ਲਾਲਚ ਕਰ ਜਾਂਦਾ ਹੈ, ਕਈ ਵਾਰ ਇੰਟਰਸਟ ਉਹਦੇ ਆਪਣੇ ਪਰਸਨਲ ਹੋ ਜਾਂਦੇ ਜਾਂ ਕੋਈ ਹੋ ਸਕਦਾ। ਪਰ ਮੈਨੂੰ ਲੱਗਦਾ ਵੀ ਜਿਨ੍ਹਾਂ ਦੇ ਮਾੜੇ ਮੋਟੇ ਵੀ ਜ਼ਮੀਰ ਆ ਉਹ ਤੇ ਪੰਜਾਬ ਦੇ ਕਿਸਾਨਾਂ ਨਾਲ ਖੜਨਗੇ। ਇੱਕ ਲਾਸਟ ਇਹਨਾਂ ਪੁੱਛੂੰਗਾ ਕਿ ਕੋਈ ਹੋਰ ਪਾਰਟੀ ਕੰਨੀ ਹੁਣ ਫਿਰ ਰੁਕ ਕਰਿਆ, ਕੋਈ ਲੱਗੀ ਪੰਜਾਬ ਦੀ ਹਿਤੈਸ਼ੀ ਵੀ ਕਿਸੇ ਕੰਨੀ ਮੈਂ ਜਾਵਾਂ, ਜਾਂ ਫਿਰ ਕਿਸਾਨ ਮੋਰਚੇ ਹੀ ਪਹਿਲਾ ਸਟੈਪ ਰਹੂਗਾ ਕਿ ਪਹਿਲਾਂ ਕਿਸਾਨਾਂ ਨਾਲ ਜਾ ਕੇ ਤਾਂ ਬੈਠੀਏ? ਕਿਉਂਕਿ ਔਖਾ ਜਿਹਾ ਲੱਗਦਾ ਹੋਊ 1-2 ਮਹੀਨੇ ਹੋ ਗਏ ਇਹ ਪੂਰਾ ਚੱਲਦੇ ਹੋਏ ਕਿ ਜ਼ਮੀਰ ਅੰਦਰੋਂ ਇਜਾਜ਼ਤ ਨਹੀਂ ਦਿੰਦੀ ਸੀ ਉੱਧਰ ਬੈਠਣ ਨੂੰ, ਤੇ ਦੂਜੇ ਪਾਸੇ ਮਜਬੂਰੀ ਕਿਤੇ ਨਾ ਕਿਤੇ ਪਾਰਟੀ ਕੰਨੀ ਖਿੱਚਦੀ ਸੀ। ਹਾਂ, ਪਾਰਟੀ ਦੇ ਡਿਸਿਪਲਿਨ ਨਾਲ ਵੱਜੇ ਸੀ। ਕਈ ਮੀਟਿੰਗਾਂ 'ਚ ਬੈਠੇ ਵੀ ਆ, ਨਾਲ ਬੈਠੇ, ਬੋਲਿਆ ਨਹੀਂ ਮੈਂ, ਪਰ 1 ਮਹੀਨੇ ਤੋਂ ਬਿਲਕੁਲ ਵੀ। ਦੇਖੋ ਪੋਲਿਟਿਕਸ ਸਾਨੂੰ ਕਰਨੀ ਚਾਹੀਦੀ ਹੈ, ਖਾਸ ਕਰ ਨੌਜਵਾਨਾਂ ਨੂੰ, ਲੇਕਿਨ ਮੁੱਦਿਆਂ ਦੇ ਆਧਾਰ 'ਤੇ।
ਇਸ਼ੂਆਂ ਦੇ ਆਧਾਰ ਤੇ, ਲੋਕਾਂ ਦੇ ਵੈਲਫੇਅਰ ਦੇ ਆਧਾਰ ਤੇ ਕਰਨੀ ਚਾਹੀਦੀ। ਮੈਂ ਰਾਜਨੀਤੀ ਕਰੂੰਗਾ, ਮੈਂ ਬੈਠਣ ਵਾਲਾ ਨਹੀਂ ਹੈਗਾ, ਲੇਕਿਨ ਇਹ ਫਿਊਚਰ ਦੀ ਗੱਲ ਹੈ। ਅੱਜ ਦੀ ਡੇਟ 'ਚ ਮੈਨੂੰ ਲੱਗਦਾ ਵੀ ਕਿਸਾਨ ਇਸ਼ੂ ਆ, ਉਹਨਾਂ ਤੇ ਕਿਸਾਨ ਜਥੇਬੰਦੀਆਂ ਦੇ ਹਿਸਾਬ ਨਾਲ ਇਸ ਮੂਵਮੈਂਟ ਨੂੰ ਅੱਗੇ ਚਲਾਵਾਂਗੇ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ। ਖੈਰ ਮਾਲਵਿੰਦਰ ਸਿੰਘ ਨੇ ਸਾਫ਼ ਤੌਰ ਤੇ ਠੋਕ ਵਜਾ ਕੇ ਗੱਲ ਰੱਖੀ ਹੈਗੀ ਕੇਂਦਰ ਦੇ ਅੱਗੇ। ਕਿਹਾ ਜਾ ਸਕਦਾ ਕਿ ਬੇਸ਼ੱਕ ਅਸਤੀਫਾ ਦੇ ਆਏ ਨੇ ਪਰ ਕੰਨੀ ਗੱਲ ਤਾਂ ਇਹਨਾਂ ਦੀ ਵੀ ਪਈ ਹੋਣੀ ਹੈ। ਪਰ ਹੁਣ ਗੱਲ ਬਾਕੀ ਲੀਡਰਾਂ ਦੀ ਕਿ ਆਖਰਕਾਰ ਜਦੋਂ ਪੰਜਾਬ ਦਾ ਕਿਸਾਨ ਜਿਹਦੇ ਵਾਸਤੇ ਕਾਨੂੰਨ ਬਣਾਇਆ ਗਿਆ ਜਦੋਂ ਉਹੀ ਇਹਨੂੰ ਚੰਗਾ ਨਹੀਂ ਸਮਝਦਾ ਤਾਂ ਫਿਰ ਉਹ ਕਾਨੂੰਨਾਂ ਦਾ ਫਾਇਦਾ ਕੀ। ਦੂਜੀ ਗੱਲ ਹੁਣ ਇਹ ਹੈ ਕਿ ਆਖਰ ਕੀ ਬੀਜੇਪੀ ਆਪਦੇ ਇਸ ਤਰ੍ਹਾਂ ਦੇ ਝਟਕਿਆਂ ਤੋਂ ਬਾਅਦ ਫੈਸਲਾ ਬਦਲਣ ਲਈ ਮਜਬੂਰ ਹੋਏਗੀ ਜਾਂ ਫਿਰ ਆਪਦਾ ਉਹੀ ਗੁਣਗਾਨ ਲਗਾਤਾਰ ਜਾਰੀ ਰਹੇਗਾ ਤੇ ਜਿਹੜੇ ਬਾਕੀ ਲੀਡਰ ਨੇ ਉਹ ਇਹਦਾ ਪ੍ਰਚਾਰ ਕਰਦੇ ਹੋਏ ਦੇਖਣਗੇ। ਕਿਉਂਕਿ ਇਸ ਵਾਰ ਸੱਟ ਦਿਲ ਦੇ ਵਿੱਚ ਵੱਜੀ ਹੈ ਪਰ ਉਹ ਸੱਟ ਨੂੰ ਕਿੰਨੀ ਕੁ ਮਹਿਸੂਸ ਕਰੂਗੀ ਇਹ ਸਵਾਲ ਹਜੇ ਵੀ ਬੀਜੇਪੀ ਤੇ ਬਣਿਆ ਹੋਇਆ ਹੈ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਤ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ।